ਤੇ ਜਿਵੇਂ ਕਿਸਾਨੀ ਅੰਦੋਲਨ 'ਚ ਤੁਸੀਂ ਘਰੋਂ ਬਾਹਰ ਨਿਕਲੇ ਸੀਗੇ, ਇਸੇ ਤਰੀਕੇ ਨਾਲ ਤੁਹਾਨੂੰ ਇਸ ਮੋਰਚੇ ਨੂੰ ਵੱਡੀ ਗਿਣਤੀ ਦੇ ਵਿੱਚ ਜੋੜਨਾ ਚਾਹੀਦਾ ਹੈ, ਕਿਉਂਕਿ ਜਿਹੜੀ ਸਰਕਾਰਾਂ ਹੈ ਨਾ ਉਹ ਲੋਕਾਂ ਤੋਂ ਡਰਦੀਆਂ ਨੇ। ਆਪ ਸਰਕਾਰ ਦਾ ਰਵੱਈਆ ਕਿਵੇਂ ਦੇਖਦੇ ਹੋ ਹੁਣ ਤੱਕ ਦਾ? ਆਪ ਸਰਕਾਰ ਦਾ ਜੋ ਰਵੱਈਆ ਰਿਹਾ ਹੈਗਾ, ਆਪ ਸਰਕਾਰ ਦਾ ਰਵੱਈਆ ਇਹੋ ਜਿਹਾ ਕਿ ਸੈਂਟਰ ਦੇ ਮਤਹਿਤ ਚੱਲ ਰਹੀ ਆ, ਆਪਣੇ ਕੋਲ ਫੈਸਲੇ ਨਹੀਂ ਲੈ ਰਹੀ। ਕੀ ਲੱਗਦਾ ਕਿ ਸਰਕਾਰ ਵੇਟ ਕਰ ਰਹੀ ਹੈ, ਮੋਰਚਾ ਵਧੂਗਾ, ਦਬਾਅ ਵਧੂਗਾ, ਉਸ ਤੋਂ ਬਾਅਦ ਅਸੀਂ ਕੋਈ ਫੈਸਲਾ ਲਵਾਂਗੇ? ਵੇਖੋ ਜੀ, ਸਾਡਾ ਤੇ ਰੋਸ ਵੱਧਦੇ ਜਾਣਾ ਦਿਨੋਂ ਦਿਨ। ਪਰ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਆਏ ਸੀ, ਉਹਨਾਂ ਨੇ ਵੀ ਉਸ ਮੁਹਿੰਮ ਵਿੱਚ ਸਾਈਨ ਕੀਤੇ ਜਿੱਥੇ ਬੰਦੀ ਸਿੰਘਾਂ ਨੂੰ ਛੁਡਾਉਣ ਵਾਸਤੇ ਸਿਗਨੇਚਰ ਚਲਾਏ ਗਏ ਸੀ। ਭਾਜਪਾ ਤਾਂ ਇਹ ਤਰਕ ਦੇ ਕੇ ਬਚ ਜਾਂਦੀ ਜਾਂ ਸੁਰੱਖਿਆ ਦਾ ਮੁੱਦਾ ਦੇ ਕੇ ਬਚ ਜਾਂਦੀ, ਕਿਵੇਂ ਦੇਖਦੇ ਫਿਰ ਤਾਣੀ ਉਲਝੀ ਦੇਖੋ, ਕਿੱਥੇ? ਸੁਰੱਖਿਆ ਸਾਨੂੰ ਤੇ ਬੰਦੀ ਸਿੰਘਾਂ ਤੋਂ ਕੋਈ ਖਤਰਾ ਨਹੀਂ ਹੈਗਾ, ਖਤਰਾ ਉਹਨਾਂ ਲੋਕਾਂ ਨੂੰ ਆ ਜਿਹੜੇ ਉਹਨਾਂ ਦੇ ਨਾਮ ਤੇ ਸਿਆਸਤ ਕਰ ਰਹੇ ਨੇ। ਕਲਾਕਾਰ ਦੀ ਤੁਸੀਂ ਗੱਲ ਕੀਤੀ, ਗਾਇਕ ਸ਼੍ਰੀ ਬਰਾੜ ਵੱਲੋਂ ਆਸਟ੍ਰੇਲੀਆ 'ਚ ਬਹਿ ਕੇ ਲਾਈਵ ਹੁੰਦੇ ਹੋ, ਸਿੱਧੇ ਤੌਰ ਤੇ ਭਾਜਪਾ ਆਗੂਆਂ ਉੱਪਰ, ਪ੍ਰਸ਼ਾਸਨ ਉੱਪਰ ਵੱਡੇ ਸਵਾਲ ਖੜੇ ਕਰ ਦਿੰਦੇ ਆ, ਕਿਉਂਕਿ ਉਹਨਾਂ ਦਾ ਵੀ ਗਾਣਾ ਬੰਦੀ ਸਿੰਘਾਂ ਨੂੰ ਲੈ ਕੇ ਆਇਆ ਸੀ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਲਾਈਵ ਹੋ ਕੇ ਡਰ ਦਾ ਮਾਹੌਲ, ਜਿਵੇਂ ਜਿਸ ਹਿਸਾਬ ਨਾਲ ਉਹਨਾਂ ਦੱਸਿਆ ਕਿ ਡਰ ਦਾ ਮਾਹੌਲ ਪੈਦਾ ਹੋ ਰਿਹਾ, ਮੈਂ ਇਸ ਕਰਕੇ ਆਸਟ੍ਰੇਲੀਆ ਬੈਠਾ ਹੈਗਾ, ਬਾਹਰ ਨਹੀਂ ਨਿਕਲ ਸਕਦਾ। ਦੇਖੋ ਜੀ, ਇਹੋ ਜਿਹੀਆਂ ਗੱਲਾਂ ਦਾ ਮੈਨੂੰ ਨਹੀਂ ਪਤਾ। ਅੰਮ੍ਰਿਤਪਾਲ ਵੀ ਆਉਂਦੇ, ਉਹ ਖਾਲਿਸਤਾਨ ਦੇ ਅਥਾ ਜ਼ਿਕਰ ਕਰਕੇ ਜਾਂਦੇ, ਜਿਵੇਂ ਹੁਣ ਤੁਸੀਂ ਕਿਹਾ, ਉਹ ਕਹਿੰਦੇ ਖਾਲਿਸਤਾਨ ਦੀ ਮੰਗ ਵੱਲ ਫੋਕਸ ਕਰਨ ਦੇਖੋ, ਦੀ ਲੋੜ। ਖਾਲਿਸਤਾਨ ਦੀ ਮੰਗ ਦਾ ਜਦੋਂ ਹੋਊਗਾ ਨਾ, ਉਹ ਵੱਖਰਾ ਮੋਰਚਾ ਲੱਗੂਗਾ। ਕੌਮੀ ਇਨਸਾਫ ਮੋਰਚੇ ਦੇ ਵਿੱਚ ਲਗਾਤਾਰ ਵੱਖ-ਵੱਖ ਜਥੇਬੰਦੀਆਂ, ਜਿੱਥੇ ਨੁਮਾਇੰਦੇ ਆਪਣੀ ਸ਼ਮੂਲੀਅਤ ਕਰ ਰਹੇ, ਉੱਥੇ ਹੁਣ ਅਦਾਕਾਰ ਸੋਨੀਆ ਮਾਨ ਵੀ ਇੱਥੇ ਪਹੁੰਚੇ ਇਸ ਧਰਨੇ ਦੇ ਵਿੱਚ 3 ਬੱਸਾਂ ਲੈ ਕੇ ਸ਼ਮੂਲੀਅਤ ਕਰ ਰਹੇ। ਗੱਲਬਾਤ ਕਰਾਂਗੇ, ਅੰਮ੍ਰਿਤਸਰ ਤੋਂ ਆਏ ਆ ਮੈਮ, ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਸਰਦਾਰ ਬੇਅੰਤ ਸਿੰਘ ਜੀ ਬਿਆਨ ਦੇਣਗੇ। ਮੇਜਰ ਜਨਰਲ ਸ਼ਬੇਕ ਸਿੰਘ ਜੀ ਦੇ ਬ੍ਰਦਰ ਨੇ, ਔਰ ਇਹਨਾਂ ਵੱਲੋਂ ਇਹ ਜਥਾ ਆਇਆ, ਮੈਂ ਤੇ ਇਹਨਾਂ ਦੀ ਸਹਿਯੋਗ ਦੇ ਰਹੀ ਹਾਂ। ਸ਼ਬੇਕ ਸਿੰਘ ਦੇ ਬ੍ਰਦਰ, ਤੁਸੀਂ ਇੱਥੇ ਪਹੁੰਚੇ ਹੋ, 3 ਬੱਸਾਂ ਲੈ ਕੇ ਪਹੁੰਚੇ ਹੋ, ਮਕਸਦ ਸਭ ਤੋਂ ਪਹਿਲਾਂ ਧਰਨੇ 'ਚ ਪਹੁੰਚਣ ਦਾ? ਮਕਸਦ ਇਹੋ ਹੀ ਆ ਕਿ ਅਸੀਂ ਸਾਡੇ ਨਾਲ ਨਿਆਂ ਹੋਣਾ ਚਾਹੀਦਾ, ਕਿਉਂ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਆਪਣੀ ਸਜ਼ਾਵਾਂ ਚੁੱਕ ਰਹੇ, ਉਹਨਾਂ ਨੂੰ ਰਿਹਾ ਕਰੋ। ਜਿਹੜੇ 328 ਸਰੂਪ ਨੇ ਉਹਨਾਂ ਵਾਸਤੇ, ਔਰ ਜਿਹੜੇ ਬਾਈਬਲ ਕਲਾਂ ਦੇ ਆ, ਅਸੀਂ ਉਹਨਾਂ ਵਾਸਤੇ ਆਪਣਾ ਹੱਕ ਮੰਗਣ ਲਈ ਆਏ ਆ, ਆਪਣਾ ਰੋਸ ਕਰਨ ਲਈ ਆਏ ਆ ਕਿ ਸਾਡੇ ਨਾਲ ਚੰਗਾ ਬਿਹੇਵ ਹੋ। ਅਸੀਂ ਇੱਕ ਚੰਗੇ ਨਾਗਰਿਕ ਹਾਂ, ਸਾਡੇ ਚੰਗੇ ਨਾਗਰਿਕਾਂ ਤਰ੍ਹਾਂ ਸਾਡੇ ਨਾਲ ਵਿਹਾਰ ਕੀਤਾ ਜਾਵੇ, ਸਾਡੇ ਬੰਦੀ ਸਿੰਘ ਰਿਹਾ ਕੀਤੇ ਜਾਣ ਤੇ ਸਾਨੂੰ ਇਨਸਾਫ ਮਿਲੇ ਸਰਕਾਰ ਕੋਲੋਂ, ਕਿ ਇਹ ਸੈਂਟਰ ਦੇ ਸਰਕਾਰ ਦੇ ਮਤਹਿਤ ਨਾ ਚੱਲਣ। ਇਹ ਆਪ ਇੰਡੀਪੈਂਡੈਂਟ ਆ ਮਾਨ ਸਾਹਿਬ, ਇਹਨਾਂ ਨੂੰ ਆਪਣੇ ਫੈਸਲੇ ਲੈਣੇ ਚਾਹੀਦੇ ਆ। ਇਹ ਕਿਉਂ ਪਹਿਲਾਂ ਵੀ ਪੰਜਾਬ ਦੇ ਵਿੱਚ MP ਹੁੰਦੇ ਆਏ ਆ, ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਰਹੇ ਆ, ਹੁਣ ਵੀ ਪੰਜਾਬ ਦੇ ਹੱਕਾਂ ਲਈ ਅਸੀਂ ਆਏ ਆ ਤੇ ਸਾਨੂੰ ਸਾਡੇ ਹੱਕ ਦੇਣੇ ਚਾਹੀਦੇ। ਅਸੀਂ ਉਹਦੇ ਲਈ ਆਏ, ਉਹਦੇ ਤੇ ਧਰਨੇ 'ਤੇ ਬਹਿਣ 'ਚ ਸਾਨੂੰ ਕੋਈ ਸ਼ੌਂਕ ਨਹੀਂਗਾ। ਹੁਣ ਵੇਖੋ, ਬੀਬੀਆਂ, ਬਜ਼ੁਰਗ, ਨਿਹੰਗ ਸਿੰਘ ਦੀ ਜਥੇਬੰਦੀਆਂ, ਸਾਡੀ ਲੜਕੀ ਮਾਨ ਸਾਹਿਬ, ਠੀਕ ਹੈ, ਇਹ ਸਾਰੇ ਅਸੀਂ ਸਾਨੂੰ ਰੋਸ ਆ, ਸਾਨੂੰ ਸਾਡੇ ਹੱਕ ਚਾਹੀਦੇ ਨੇ, ਉਹਦੇ ਵਾਸਤੇ ਆਏ। ਹੁਣ ਸਵਾਲ ਇਹ ਹੈ ਕਿ ਲਗਭਗ 1 ਮਹੀਨੇ ਦਾ ਸਮਾਂ ਹੋ ਚੱਲਿਆ ਧਰਨਾ ਲੱਗਿਆ ਨੂੰ, ਕੌਮੀ ਇਨਸਾਫ ਮੋਰਚਾ ਲੱਗਿਆ ਨੂੰ, ਪਰ ਸਰਕਾਰ ਨੇ ਤਾਂ ਕੋਈ ਗੱਲਬਾਤ ਵੀ ਨਹੀਂ ਤੋਰੀ, ਜਥੇਬੰਦੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੀ ਨਹੀਂ ਤੋਰੀ। ਜਦੋਂ ਆਪਣਾ ਪਹਿਲਾ ਮੋਰਚਾ ਲੱਗਿਆ ਆਪਣਾ ਕਿਸਾਨਾਂ ਦਾ, ਉੱਥੇ ਕਦੋਂ ਲੱਗਦੇ ਸੀ, ਉਹ ਸਿਰਫ ਇਹੀ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਸਾਰੇ ਮਜ਼ਦੂਰ, ਦੁਕਾਨਦਾਰ ਸਾਰੇ ਇਕੱਠੇ ਹੋ ਗਏ। ਅਸੀਂ ਇੱਕ ਘੱਟ ਗਿਣਤੀ ਦੇ ਲੋਕ ਆ, ਠੀਕ ਹੈ ਨੇ, ਇਹਨਾਂ ਨੂੰ ਵੋਟਾਂ ਨਾਲ ਵਾਸਤਾ ਹੈ, ਅਸੀਂ ਘੱਟ ਗਿਣਤੀ ਦੇ ਹੋਣ ਕਰਕੇ ਸਾਡੀ ਤਾਂ ਨਹੀਂ ਸੁਣਵਾਈ ਹੋ ਰਹੀ। ਜਦੋਂ ਕਿ ਸਾਡਾ ਯੋਗਦਾਨ ਭਾਰਤ ਲਈ, ਪੰਜਾਬ ਲਈ ਸਭ ਤੋਂ ਵੱਧ ਆ, ਤੇ ਸਾਡੇ ਨਾਲ ਬੇਇਨਸਾਫੀ ਕਿਉਂ ਹੋ ਰਹੀ ਆ? ਸਾਨੂੰ ਅਸੀਂ ਆਪਣਾ ਹੱਕ ਲੈਣ ਲਈ ਆਏ ਆ। ਅਸੀਂ ਕਈ ਪੰਜਾਬ ਆਪਣੇ ਹਿੰਦੁਸਤਾਨ ਦਾ ਜਾਂ ਭਾਰਤ ਨਾਲ ਸਾਡਾ ਸਭ ਤੋਂ ਵੱਧ ਯੋਗਦਾਨ ਆ, ਲੜਾਈਆਂ 'ਚ ਵੀ, ਇੱਜ਼ਤ ਮਾਨ 'ਚ ਵੀ, ਮਤਲਬ ਕਿ ਜਰਨੈਲ ਸਭ ਤੋਂ ਵੱਧ ਹੋਏ, ਸਭ ਤੋਂ ਵੱਧ ਲੜਾਈਆਂ ਅਸੀਂ ਜਿੱਤੀਆਂ। ਹਰ ਸੰਘਰਸ਼ ਦੇ ਵਿੱਚ ਸਿੱਖ ਦਾ ਯੋਗਦਾਨ ਵੱਧ ਆ। ਆਪ ਸਰਕਾਰ ਦਾ ਰਵੱਈਆ ਕਿਵੇਂ ਦੇਖਦੇ ਹੋ ਹੁਣ ਤੱਕ ਦਾ? ਆਪ ਸਰਕਾਰ ਦਾ ਜੋ ਰਵੱਈਆ ਰਿਹਾ ਹੈਗਾ, ਆਪ ਸਰਕਾਰ ਦਾ ਰਵੱਈਆ ਇਹੋ ਜਿਹਾ ਕਿ ਸੈਂਟਰ ਦੇ ਮਤਹਿਤ ਚੱਲ ਰਹੀ ਆ, ਆਪਣੇ ਕੋਲ ਫੈਸਲੇ ਨਹੀਂ ਲੈ ਰਹੀ। ਜਦੋਂ ਭਗਵੰਤ ਮਾਨ ਨਹੀਂ ਸੀ ਆਪਣੇ ਸੀਮੈਂਟ ਬਣੇ, ਉਦੋਂ ਇਹ ਸਾਰਾ ਕੁਝ ਫੈਸਲੇ ਮੈਂ ਵੀ ਕਰਾਂਗਾ, ਉਹ ਵੀ ਕਰਾਂਗਾ। ਜਦੋਂ ਇਹ ਆ ਗਏ ਨੇ, ਫਿਰ ਇਹ ਸੈਂਟਰ ਦੇ ਦਬਾਅ ਥੱਲੇ ਨੇ, ਹੋਰ ਕੋਈ ਗੱਲ ਨਹੀਂ। ਕੀ ਲੱਗਦਾ ਕਿ ਸਰਕਾਰ ਵੇਟ ਕਰ ਰਹੀ ਹੈ, ਮੋਰਚਾ ਵਧੂਗਾ, ਦਬਾਅ ਵਧੂਗਾ, ਉਸ ਤੋਂ ਬਾਅਦ ਅਸੀਂ ਕੋਈ ਫੈਸਲਾ ਲਵਾਂਗੇ? ਵੇਖੋ ਜੀ, ਸਾਡਾ ਤੇ ਰੋਸ ਵੱਧਦੇ ਜਾਣਾ, ਦਿਨੋਂ ਦਿਨ ਵਧਣਾ ਹੀ ਆ, ਘਟਨਾ ਤੇ ਹੈ ਨਹੀਂ। ਕਿਉਂ ਹਰ ਇੱਕ ਨਾਲ ਬੀਬੀ ਬੱਚੇ, ਜਦੋਂ ਸਾਡੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਤਾਂ ਫਿਰ ਕਿਉਂ ਨਹੀਂ ਛੱਡਦੇ? ਜਿਨ੍ਹਾਂ ਦੀਆਂ ਜਿੱਦਾਂ ਉਹ ਆਪਣਾ ਰਾਜੀਵ ਗਾਂਧੀ ਵਾਲੇ ਛੱਡ ਦਿੱਤੇ ਗਏ, ਹਾਂਜੀ, ਅਸੋਦੇ ਸਾਧ ਨੂੰ ਛੱਡ ਦਿੱਤਾ ਗਿਆ ਪਰੋਲ ਤੇ, ਸਿਰਫ ਇੱਕ ਵੋਟਾਂ ਦੇ ਚੱਕਰ 'ਚ ਹੀ ਅਸੀਂ ਘੱਟ ਗਿਣਤੀ ਚੋਣ ਕਰਕੇ ਸਾਡੇ ਨਾਲ ਬੇਇਨਸਾਫੀ ਹੁੰਦੀ ਆ। ਤੇ ਅਸੀਂ ਇਹਦੇ ਇਨਸਾਫ ਲੈਣ ਲਈ ਇੱਥੇ ਬੈਠੇ ਹਾਂ। ਧੁੱਪਾਂ, ਛਾਵਾਂ, ਠੰਡ, ਦੁੱਖ ਸੁੱਖ ਕੱਟਣੇ, ਪਰਿਵਾਰ ਤੋਂ ਦੂਰ ਰਹਿਣਾ, ਸਾਨੂੰ ਕੋਈ ਸ਼ੌਂਕ ਨਹੀਂਗਾ। ਸੋਨੀਆ ਮਾਨ ਵੀ ਸਾਡੇ ਨਾਲ ਮੌਜੂਦ ਹੈ। ਮੈਮ, ਕਿੰਨੇ ਲੋਕਾਂ ਨੂੰ ਲੈ ਕੇ ਤੁਸੀਂ ਪਹੁੰਚੇ ਹੈਗਾ ਅੱਜ? ਵੇਖੋ ਜੀ, 3 ਬੱਸਾਂ ਆਈਆਂ ਨੇ ਰਾਜਸਥਾਨੀ ਹਲਕੇ ਤੋਂ, ਜਿਨ੍ਹਾਂ ਦੀ ਜ਼ਮੀਰ ਜਾਗਦੀ ਉਹ ਸਾਰੇ ਦੇ ਸਾਰੇ ਇੱਥੇ ਹੈ, ਬਿਕਾਜ਼ ਸਾਡੇ ਕੋਲ ਬਹੁਤ ਥੋੜਾ ਟਾਈਮ ਸੀਗਾ, ਅਸੀਂ ਛੇਤੀ ਆਏ ਹਾਂ, ਔਰ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੱਡਾ ਜਥਾ ਲੈ ਕੇ ਆਈਏ। ਔਰ ਅਸੀਂ ਉੱਥੇ ਜਿਵੇਂ ਰਾਜਸਥਾਨੀ ਹਲਕੇ 'ਚ ਕਿਸਾਨੀ ਅੰਦੋਲਨ ਦੇ ਦੌਰਾਨ ਸਾਡੇ ਹਲਕੇ ਵਾਲਿਆਂ ਨੇ ਰੈਲੀ ਕਰਵਾਈ ਸੀਗੀ, ਬਹੁਤ ਵੱਡਾ ਇਕੱਠ ਕੀਤਾ ਸੀਗਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਵੀ ਅਸੀਂ ਵੱਡੀ ਰੈਲੀ ਕਰਾਈਏ, ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾ ਕੇ ਜਾਗਰੂਕ ਕਰੀਏ ਇਸ ਮੋਰਚੇ ਦੇ ਪ੍ਰਤੀ।
ਕੀਤੀ। ਹੁਣ ਤੱਕ ਸਰਕਾਰ ਦੇ ਰਵੱਈਆਂ ਨੂੰ ਕਿਵੇਂ ਦੇਖਦੇ ਹੋ? ਜੋ ਮੋਰਚਾ ਲੱਗਿਆ ਇਸ ਦੇ ਪ੍ਰਤੀ ਜੋ ਸਰਕਾਰ ਦਾ ਰਵੱਈਆ ਰਿਹਾ ਉਸ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ? ਵੇਖੋ ਜੀ, ਸਰਕਾਰ ਨੂੰ ਗੱਲ ਰੱਖਣੀ ਚਾਹੀਦੀ ਹੈ। ਭਗਵੰਤ ਮਾਨ ਜੀ ਪਹਿਲੋਂ ਜਾ ਕੇ ਜਦੋਂ MP ਸੀਗੇ ਉਦੋਂ ਸੈਂਟਰਲ ਗਵਰਨਮੈਂਟ ਦੇ ਖਿਲਾਫ ਬੋਲਦੇ ਸੀਗੇ, ਪਾਰਲੀਮੈਂਟ ਦੇ ਵਿੱਚ ਰੱਖਦੇ ਸੀਗੇ। ਅੱਜ ਵੀ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਵੀ ਜਦੋਂ ਸਰਸੇ ਵਾਲਾ ਸਾਧ ਤੁਸੀਂ ਛੱਡਦੇ ਹੋ ਪਰੋਲ ਦੇ ਉੱਤੇ, ਤੇ ਫਿਰ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਇੱਕ ਬੰਨੇ ਤੁਸੀਂ ਬਿਲਕਿਸ ਮਾਨੂ ਦੇ ਰੇਪਿਸਟ ਨੂੰ ਛੱਡ ਕੇ ਸਰੋਪਿਆਂ ਦੇ ਨਾਲ ਨਵਾਜ਼ਦੇ ਹੋ, ਤੇ ਇੱਥੇ ਫਿਰ ਆ ਜਿਹੜਾ ਸਾਡਾ ਸੰਵਿਧਾਨ ਆ ਇੰਡੀਆ ਦਾ, ਕਨਸਟੀਟਿਊਸ਼ਨ ਆਫ ਇੰਡੀਆ, ਡੈਮੋਕ੍ਰੇਟਿਕ ਕੰਟਰੀ ਹੈ, ਤੇ ਲਾਅ ਐਂਡ ਆਰਡਰ ਤੇ ਸਾਰਿਆਂ ਵਾਸਤੇ ਸੇਮ ਹੋਣਾ ਚਾਹੀਦਾ ਆ। ਫਿਰ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਆ ਪੰਜਾਬ ਦੇ ਨਾਲ? ਔਰ ਪਿੱਛੇ ਝਾਕੀ ਵੀ ਨਹੀਂ ਕੱਢੀ ਗਈ। ਪੰਜਾਬ ਦੇ ਨਾਲ ਹਮੇਸ਼ਾ ਧੱਕਾ ਕੀਤਾ ਜਾਂਦਾ ਹੈ। ਸੋ ਆਪਾਂ ਜੇ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਇੱਥੇ ਲਾਅ ਐਂਡ ਆਰਡਰ ਜਿਹੜਾ ਹੈ ਸਾਰਿਆਂ ਵਾਸਤੇ ਸੇਮ ਹੋਣਾ ਚਾਹੀਦਾ ਆ। ਡਿਕਟੇਟਰਸ਼ਿਪ ਨਹੀਂ ਹੋਣੀ ਚਾਹੀਦੀ ਕਿ ਜਿਹਨੂੰ ਜੀ ਕੀਤਾ ਉਹਨੂੰ ਛੱਡਤਾ, ਜਿਹਨੂੰ ਨਹੀਂ ਜੀ ਕੀਤਾ ਉਹਨੂੰ ਨਹੀਂ ਛੱਡਿਆ। ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਲੋਕਾਂ ਨੂੰ ਇਸ ਟਾਈਮ ਦੇ ਉੱਤੇ, ਜਿਵੇਂ ਕਿਸਾਨੀ ਅੰਦੋਲਨ 'ਚ ਤੁਸੀਂ ਘਰੋਂ ਬਾਹਰ ਨਿਕਲੇ ਸੀਗੇ, ਇਸੇ ਤਰੀਕੇ ਨਾਲ ਤੁਹਾਨੂੰ ਇਸ ਮੋਰਚੇ ਨੂੰ ਵੱਡੀ ਗਿਣਤੀ ਦੇ ਵਿੱਚ ਜੋੜਨਾ ਚਾਹੀਦਾ ਹੈ, ਕਿਉਂਕਿ ਜਿਹੜੀ ਸਰਕਾਰਾਂ ਹੈ ਨਾ ਉਹ ਲੋਕਾਂ ਤੋਂ ਡਰਦੀਆਂ ਨੇ, ਤੇ ਜਿੰਨੀ ਦੇਰ ਤੱਕ ਇਹ ਵੱਡਾ ਮੋਰਚਾ ਨਹੀਂ ਹੋਊਗਾ ਉਨੀ ਦੇਰ ਤੱਕ ਸਰਕਾਰਾਂ ਇੱਥੇ ਆ ਕੇ ਨਹੀਂ ਝੁਕਣਗੀਆਂ। ਪਰ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਆਏ ਸੀ, ਉਹਨਾਂ ਨੇ ਵੀ ਉਸ ਮੁਹਿੰਮ ਵਿੱਚ ਸਾਈਨ ਕੀਤੇ ਜਿੱਥੇ ਬੰਦੀ ਸਿੰਘਾਂ ਨੂੰ ਛੁਡਵਾਉਣ ਵਾਸਤੇ ਸਿਗਨੇਚਰ ਚਲਾਏ ਗਏ ਸੀ। ਭਾਜਪਾ ਤਾਂ ਇਹ ਤਰਕ ਦੇ ਕੇ ਬਚ ਜਾਂਦੀ, ਜਾਂ ਸੁਰੱਖਿਆ ਦਾ ਮੁੱਦਾ ਦੇ ਕੇ ਬਚ ਜਾਂਦੀ। ਕਿਵੇਂ ਦੇਖਦੇ ਫਿਰ ਤਾਣੀ ਉਲਝੀ ਦੇਖੋ, ਕਿੱਥੇ ਹੈ? ਸੁਰੱਖਿਆ ਸਾਨੂੰ ਤੇ ਬੰਦੀ ਸਿੰਘਾਂ ਤੋਂ ਕੋਈ ਖਤਰਾ ਨਹੀਂ ਹੈਗਾ। ਖਤਰਾ ਉਹਨਾਂ ਲੋਕਾਂ ਨੂੰ ਆ ਜਿਹੜੇ ਉਹਨਾਂ ਦੇ ਨਾਮ ਤੇ ਸਿਆਸਤ ਕਰ ਰਹੇ ਨੇ, ਜਿਹੜੇ ਉਹਨਾਂ ਦੇ ਨਾਮ ਤੇ ਕੁਰਸੀਆਂ ਤੇ ਬੈਠੇ ਨੇ, ਤੇ ਜਿਹੜੇ ਉਹਨਾਂ ਦੇ ਨਾਮ ਦੇ ਉੱਤੇ ਫੰਡ ਇਕੱਠਾ ਕਰਦੇ ਨੇ। ਤੁਸੀਂ ਦੇਖੋ, ਉਹਨਾਂ ਦੇ ਪਿਤਾ ਇੱਥੇ ਬੈਠੇ ਨੇ, ਇੰਨੇ ਸਾਲਾਂ ਤੋਂ ਅੰਦਰ ਨੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜਿਹੜਾ ਵੀ ਬੰਦਾ ਆਉਂਦਾ ਉਹਨਾਂ ਦੇ ਨਾਮ ਤੇ ਸਿਆਸਤ ਕਰਕੇ ਚੱਲ ਜਾਂਦਾ ਆ। ਮੈਨੂੰ ਲੱਗਦਾ ਪੰਜਾਬ ਦੀ ਆਮ ਜਿਹੜੇ ਲੋਕੀ ਨੇ ਉਹਨਾਂ ਨੂੰ ਪਿੰਡਾਂ 'ਚੋਂ ਉੱਠ ਕੇ ਇਸ ਗੱਲ ਨੂੰ, ਇੱਥੇ ਸਾਂਝਾ ਮੋਰਚਾ ਲੱਗਾ, ਇੱਥੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਔਰ ਜਿੰਨੀ ਜ਼ਿਆਦਾ ਜਨਤਾ ਇੱਥੇ ਆਊਗੀ, ਜਿੰਨਾ ਜ਼ਿਆਦਾ ਹੁਮ ਆਊਗਾ, ਓਨਾ ਜ਼ਿਆਦਾ ਸਰਕਾਰ ਤੇ ਪ੍ਰੈਸ਼ਰ ਪਊਗਾ। ਸੋ ਸਾਡਾ ਤੇ ਇਹੀ ਹੈ ਵੀ ਅਸੀਂ ਤੇ ਲੀਡਰ ਹੈ ਨਹੀਂ, ਅਸੀਂ ਕਲਾਕਾਰ ਹਾਂ। ਅਸੀਂ ਪਿੰਡਾਂ ਦੇ ਵਿੱਚ ਜਾ ਕੇ ਹੌਕਾ ਹੀ ਭਰ ਸਕਦੇ ਹਾਂ, ਜਿਵੇਂ ਕਿਸਾਨ ਅੰਦੋਲਨ 'ਚ ਭਰਿਆ ਸੀਗਾ, ਵੀ ਜ਼ਿਆਦਾ ਤੋਂ ਜ਼ਿਆਦਾ ਲੋਕੀ ਇੱਥੇ ਮੋਰਚੇ 'ਚ ਆ ਕੇ ਜੁੜਨ। ਕਲਾਕਾਰ ਦੀ ਤੁਸੀਂ ਗੱਲ ਕੀਤੀ, ਗਾਇਕ ਸ਼੍ਰੀ ਬਰਾੜ ਵੱਲੋਂ ਆਸਟ੍ਰੇਲੀਆ 'ਚ ਬਹਿ ਕੇ ਲਾਈਵ ਹੁੰਦੇ ਹੋ, ਸਿੱਧੇ ਤੌਰ ਤੇ ਭਾਜਪਾ ਆਗੂਆਂ ਉੱਪਰ, ਪ੍ਰਸ਼ਾਸਨ ਉੱਪਰ ਵੱਡੇ ਸਵਾਲ ਖੜੇ ਕਰ ਦਿੰਦੇ ਆ। ਉਹ ਕਿ ਉਹਨਾਂ ਦਾ ਵੀ ਗਾਣਾ ਬੰਦੀ ਸਿੰਘਾਂ ਨੂੰ ਲੈ ਕੇ ਆਇਆ ਸੀ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਲਾਈਵ ਹੋ ਕੇ ਡਰ ਦਾ ਮਾਹੌਲ, ਜਿਵੇਂ ਜਿਸ ਹਿਸਾਬ ਨਾਲ ਉਹਨਾਂ ਦੱਸਿਆ ਕਿ ਡਰ ਦਾ ਮਾਹੌਲ ਪੈਦਾ ਹੋ ਰਿਹਾ, ਮੈਂ ਇਸ ਕਰਕੇ ਆਸਟ੍ਰੇਲੀਆ ਬੈਠਾ ਹੈਗਾ, ਬਾਹਰ ਨਹੀਂ ਨਿਕਲ ਸਕਦਾ ਮੈਂ। ਵੇਖੋ ਜੀ, ਇਹੋ ਜਿਹੀਆਂ ਗੱਲਾਂ ਦਾ ਮੈਨੂੰ ਨਹੀਂ ਪਤਾ। ਮੈਨੂੰ ਇਹ ਲੱਗਦਾ ਆ ਵੀ ਅੱਜ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਜਿਵੇਂ ਪਿੰਡਾਂ ਦੇ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗਾਂ ਕਰੋ, ਤੇ ਜਾ ਕੇ ਜਿਵੇਂ ਅਸੀਂ ਕਿਸਾਨੀ ਅੰਦੋਲਨ 'ਚ ਕੀਤਾ ਸੀਗਾ, ਉਦੋਂ ਹੀ ਤਾਂ ਦੀ ਲੋਕੀ ਆਉਣਗੇ। ਅਦਰਵਾਈਜ਼ ਆਪਾਂ ਘਰੇ ਬੈਠੇ ਲਾਈਵ ਕਰ ਦਾਂਗੇ ਤੇ ਉਹਦੇ ਨਾਲ ਇੰਨਾ ਇੰਪੈਕਟ ਨਹੀਂ ਪੈਂਦਾ। ਜ਼ਿਆਦਾ ਇੰਪੈਕਟ ਪੈਂਦਾ ਜੇ ਤੁਸੀਂ ਪਿੰਡਾਂ ਨੂੰ ਜਾ ਕੇ ਲੋਕਾਂ ਨੂੰ ਇਕੱਠੇ ਕਰੋਗੇ, ਸਾਰਿਆਂ ਦੀਆਂ ਡਿਊਟੀਆਂ ਲਾਓਗੇ, ਜਿਵੇਂ ਕਿਸਾਨੀ ਅੰਦੋਲਨ 'ਚ ਲਾਇਆ ਸੀ ਵੀ ਇੱਕ ਟਰਾਲੀ ਜਾਂਦੀ ਹੈ, ਇੱਕ ਟਰਾਲੀ ਆਉਂਦੀ ਆ, ਤਦ ਜਾ ਕੇ ਕੋਈ ਫਰਕ ਪੈਂਦਾ ਆ। ਔਰ ਇੱਕੋ ਟੀਚੇ ਦੇ ਉੱਤੇ ਧਿਆਨ ਦਿਓਗੇ ਕਿ ਬੰਦੀ ਸਿੰਘ ਛੁਡਵਾਉਣੇ ਆ। ਜੇ ਕੋਈ ਏਜੰਸੀਆਂ ਦਾ ਬੰਦਾ ਇੱਥੇ ਆ ਕੇ ਕਹੂਗਾ ਕਿ ਖਾਲਿਸਤਾਨ ਦੀ ਕੋਈ ਗੱਲ ਕਰ ਰਿਹਾ ਜਾਂ ਕੁਛ ਆ, ਉਹਦੇ ਨਾਲ ਸਰਕਾਰਾਂ ਨੂੰ ਹੋਰ ਮੌਕਾ ਮਿਲੂਗਾ ਬੰਦੀ ਸਿੰਘਾਂ ਨੂੰ ਨਾ ਛੱਡਣ ਦਾ। ਸੋ ਇੱਕੋ ਟੀਚੇ ਦੀ ਗੱਲ ਕਰਨੀ ਚਾਹੀਦੀ ਹੈ। ਇਨਹਿਊਮਨ ਜਿਹੜੀ ਐਕਟੀਵਿਟੀ ਹੋ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ। ਅੰਮ੍ਰਿਤਪਾਲ ਵੀ ਆਉਂਦੇ, ਉਹ ਖਾਲਿਸਤਾਨ ਦੇ ਅਥਾ ਜ਼ਿਕਰ ਕਰਕੇ ਜਾਂਦੇ, ਜਿਵੇਂ ਹੁਣ ਤੁਸੀਂ ਕਿਹਾ, ਉਹ ਕਹਿੰਦੇ ਖਾਲਿਸਤਾਨ ਦੀ ਮੰਗ ਵਾਲੀ ਫੋਕਸ ਕਰਨ ਦੀ ਲੋੜ। ਖਾਲਿਸਤਾਨ ਦੀ ਮੰਗ ਦਾ ਜਦੋਂ ਹੋਊਗਾ ਨਾ, ਉਹ ਵੱਖਰਾ ਮੋਰਚਾ ਲੱਗੂਗਾ। ਰਾਈਟ ਨਾਓ ਇੱਥੇ ਬੰਦੀ ਸਿੰਘਾਂ ਨੂੰ ਛੱਡਣ ਦਾ ਮੋਰਚਾ ਲੱਗਾ ਹੈ। ਅਸੀਂ ਇੱਕੋ ਗੱਲ ਦੇ ਉੱਤੇ ਟੀਚੇ ਤੇ ਰਹੀਏ ਤੇ ਉਹਨਾਂ ਨੂੰ ਛੁਡਵਾਉਣ ਦੀ ਗੱਲ ਕਰੀਏ। ਜਿਹੜਾ ਬੰਦਾ ਇਹੋ ਜਿਹੀਆਂ ਗੱਲਾਂ ਕਰੂਗਾ ਨਾ, ਉਹ ਨਹੀਂ ਚਾਹੂਗਾ ਕਿ ਉਹ ਬਾਹਰ ਆਉਣ। ਠੀਕ ਹੈ, ਤਾਂ ਸਿੱਧੇ ਤੌਰ ਤੇ ਕਿ ਇੱਕੋ ਟੀਚਾ ਜਿਹੜਾ ਮਿੱਥਿਆ ਜਾਵੇ, ਉਸ ਉੱਪਰ ਫੋਕਸ ਕੀਤਾ ਜਾਵੇ। ਘਰ ਘਰ ਜਾ ਕੇ ਕਹਿੰਦੇ ਹੋਕਾ ਦੇਣ ਦੀ ਲੋੜ ਹੈ ਕਿ ਇਸ ਮੋਰਚੇ ਦੇ ਵਿੱਚ ਪਹੁੰਚ ਕੀਤੀ ਜਾਵੇ। ਕੈਮਰਾ ਪਰਸਨ ਪ੍ਰੀਤਮ ਦੇ ਨਾਲ ਆਸ਼ੂ ਨੇਜਾ, ਲਿਬਰਲ TV, ਮੋਹਾਲੀ।